यकीन सी सानू अपने आप से बहुत वड्डा कि असीं एक दिन जित के जावांगे इत्थों, खाली नहीं जावांगे। खाली जाना साडा बहुत मुश्किल दा काम सी, बहुत वड्डा एक चुनौती सी परिवार वालों ही भी खाली नहीं आउणा। इदां ਦੀਆਂ जद ਕੰਨਾਂ 'ਚ ਸਾਡੇ ਆਵਾਜ਼ਾਂ ਪੈਂਦੀਆਂ ਦੁੱਖ ਬਹੁਤ ਲੱਗਦਾ ਸੀ। ਸਾਨੂੰ ਕਦੀ ਅੱਤਵਾਦੀ ਕਹਿੰਦੇ ਸੀਗੇ, ਕਦੀ ਸਾਨੂੰ ਨਸਲਵਾਦੀ ਕਹਿੰਦੇ ਸੀ, ਕਦੀ ਸਾਨੂੰ ਕੁਝ ਕਹਿੰਦੇ ਸੀ। ਪਰ ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਆਰਮੀ ਦੇ ਵਿੱਚ ਸੀ, ਮੈਂ ਦੇਸ਼ ਸੇਵਾ ਕੀਤੀ ਆ ਔਰ ਕਾਰਗਿਲ ਦਾ ਯੁੱਧ ਸਾਰਾ ਲੜਿਆ। ਮੁੜਾਂਗੇ ਪੰਜਾਬ ਜਦੋਂ ਜਿੱਤ ਕੇ ਮੈਦਾਨ, ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ, ਇੱਜ਼ਤਾਂ ਦੇ ਰਾਖੇ ਪਹਿਰੇਦਾਰ ਆਏ ਸੀ, ਆ ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ। ਅਸੀਂ 26 ਨਵੰਬਰ ਨੂੰ ਚੱਲੇ ਸੀ ਘਰੋਂ ਜੀ, 25 ਨੂੰ ਸਿੰਘੂ ਬਾਰਡਰ ਤੋਂ ਹੋ ਕੇ ਪੰਜਾਬ ਦੇ ਨਾਲ ਰਹੀ ਫਤਿਆਬਾਦ ਡਿਸਟ੍ਰਿਕਟ ਤੋਂ ਅਸੀਂ ਸਲੇਮਪੁਰੀ ਤੋਂ ਅਸੀਂ ਫਲੋ ਕਰਦੇ ਹਾਂ। ਜਦੋਂ ਅਸੀਂ ਇੱਥੇ ਆਏ ਰਸਤੇ 'ਚ ਬੜਾ ਕੁਝ ਹੋਇਆ ਜੀ, ਬੜੇ ਬੈਰੀਅਰ ਲੱਗੇ ਸੀ, ਬੜੇ ਬੈਰੀਅਰ ਤੋੜੇ, ਬੜੇ ਪਾਣੀ ਦੀ ਵਿਛਾੜਾ, ਬਹੁਤ ਕੁਝ ਹੋਇਆ। ਉਸ ਤੋਂ ਬਾਅਦ ਅਸੀਂ ਇੱਥੇ ਆਏ, ਇੱਥੇ ਫੈਸਲਾ ਕੀਤਾ। ਇਹ ਇਤਿਹਾਸ ਦੇ ਵਿੱਚ ਦੱਸਦੇ ਨੇ ਵੀ ਇਹ ਜਗ੍ਹਾ ਹੈ ਨਾ, ਇੱਥੇ ਜਦੋਂ ਵੀ ਫੌਜਾਂ ਦਿੱਲੀ 'ਤੇ ਚੜ੍ਹਦੀਆਂ ਸੀ ਇਸ ਜਗ੍ਹਾ 'ਤੇ ਰੁਕਦੀਆਂ ਸੀ। ਇਹ ਪਹਿਲੇ ਮੈਦਾਨੀ ਜੰਗ ਸੀ, ਇਹ ਇਲਾਕਾ ਸੀ, ਇਹ ਇੱਥੇ ਜਗ੍ਹਾ ਰੁਕਦੀ ਸੀ ਆ ਕੇ। ਉਹੀ ਜਗ੍ਹਾ ਅੱਜ ਗੁਰੂ ਮਹਾਰਾਜ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਗਵਾਈ ਵਿੱਚ ਅੰਦੋਲਨ ਚੱਲਦਾ ਸੀ। ਅਸੀਂ ਪ੍ਰਤੱਖ ਦੇਖਿਆ ਤੇ ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਹੁੰਦੇ ਸੀ ਗੁਰੂ ਮਹਾਰਾਜ ਜੀ ਦੇ। ਅਸੀਂ ਆਪਣੇ ਆਪ ਵਿਚਾਰਾਂ ਕਰਦੇ ਸੀ ਭਰਾ ਬਹਿ ਕੇ ਵੀ ਐਡਾ ਵੱਡਾ ਅੰਦੋਲਨ ਜਿਹੜਾ ਚੱਲ ਰਿਹਾ ਹੈ ਇਹ ਆਪਣੇ ਆਪ ਨਹੀਂ ਚੱਲ ਰਿਹਾ, ਇਸ ਦੀ ਅਗਵਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਕਰ ਰਹੇ ਨੇ। ਸਾਨੂੰ ਪ੍ਰਤੱਖ ਦਰਸ਼ਨ ਹੁੰਦੇ ਸੀ ਇੱਥੇ, ਯਕੀਨ ਸੀ ਸਾਨੂੰ ਆਪਣੇ ਆਪ ਤੇ ਬਹੁਤ ਵੱਡਾ ਕਿ ਅਸੀਂ ਇੱਕ ਦਿਨ ਜਿੱਤ ਕੇ ਜਾਵਾਂਗੇ ਇੱਥੋਂ, ਖਾਲੀ ਨਹੀਂ ਜਾਵਾਂਗੇ। ਖਾਲੀ ਜਾਣਾ ਸਾਡਾ ਬਹੁਤ ਮੁਸ਼ਕਿਲ ਦਾ ਕੰਮ ਸੀ, ਬਹੁਤ ਵੱਡਾ ਇੱਕ ਚੁਣੌਤੀ ਸੀ ਪਰਿਵਾਰ ਵੱਲੋਂ ਹੀ ਵੀ ਖਾਲੀ ਨਹੀਂ ਆਉਣਾ, ਜਿੱਤ ਕੇ ਆਉਣਾ ਜਾਂ ਫਿਰ ਸ਼ਹੀਦ ਹੋ ਕੇ ਆਉਣਾ। ਅਸੀਂ ਇਹ ਮਰਨ ਵਾਲਿਆ ਸੀ ਵੀ ਇੱਥੇ ਹੀ ਰਵਾਂਗੇ। ਅਸੀਂ ਟਰਾਲੀਆਂ ਦੇ ਵਿੱਚ ਜਦੋਂ ਆਏ ਉਦੋਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਸੀ, ਲਾਈਟ ਦਾ ਪ੍ਰਬੰਧ ਨਹੀਂ ਸੀ। ਅਸੀਂ ਇੱਥੇ ਜਦੋਂ ਠਹਿਰੇ ਤਾਂ ਫਿਰ ਆਪਣੇ ਚੁੱਲ੍ਹੇ ਪੱਥਰਾਂ ਦੇ ਬਣਾਏ, ਇੱਟਾਂ ਦੇ, ਆਪਣਾ ਰਾਸ਼ਨ ਪਾਣੀ ਬਣਾਇਆ, ਪਾਣੀ ਦਾ ਇੰਤਜ਼ਾਮ ਕੀਤਾ। ਹੌਲੀ ਹੌਲੀ ਗੁਰੂ ਮਹਾਰਾਜ ਜੀ ਦੇ ਆਸਰੇ ਦੇ ਨਾਲ ਟਰਾਲੀਆਂ 'ਚੋਂ ਅਸੀਂ ਬਾਹਰ ਤੰਬੂਆਂ 'ਚ ਆ ਗਏ, ਟੈਂਟਾਂ 'ਚ ਆ ਗਏ। ਟੈਂਟਾਂ 'ਚੋਂ ਬਾਅਦ ਅਸੀਂ ਬੜਾ ਸੁੱਖ ਦਾ ਜੀਵਨ ਬਤੀਤ ਕਰਨ ਲੱਗ ਗਏ। ਚਲੋ ਵੀ ਅਸੀਂ ਇੱਥੇ ਹੀ ਰਹਿਣਾ, ਹੁਣ ਜਾਣਾ ਤਾਂ ਹੈ ਨਹੀਂ। ਕਿਉਂ ਸਰਕਾਰ ਸੈਂਟਰ ਦੀ ਕਹਿੰਦੀ ਸੀ ਇਹ ਮੁੱਠੀ ਭਰ ਕਿਸਾਨ ਨੇ, ਮੁੱਠੀ ਭਰ ਕਿਸਾਨ ਸਰਕਾਰ ਨੂੰ ਨਹੀਂ ਪਤਾ ਸੀ ਵੀ ਮੁੱਠੀ ਭਰ ਨੇ। ਸਾਡੇ ਪਿੱਛੇ ਪਰਿਵਾਰ, ਸਾਡੇ ਆਪਸ 'ਚ ਪਿਆਰ ਸੰਯੋਗ ਦੇ ਨਾਲ ਸਾਡੀ ਖੇਤੀ ਚੱਲਦੀ ਸੀ। ਇੱਕ ਹੀ ਬੰਦਾ ਨਾ 100 ਕਿੱਲਾ ਸੰਭਾਲ ਰਿਹਾ ਸੀ। ਉਹ ਪਾਣੀ ਲਾਉਣਾ ਆਟੋਮੈਟਿਕ ਮੋਟਰਾਂ ਨੇ ਤੇ ਸਾਡੀ ਖੇਤੀ ਚੱਲਦੀ ਸੀ। ਅਸੀਂ ਇੱਥੇ ਆਪਣਾ ਰੂਟੀਨ ਬਣਾ ਲਿਆ। ਰੂਟੀਨ ਕੀ ਬਣਾਇਆ कि असी 200 रुपये किला मगर गुराई पा ली खेत मगर, जिसको 2 किले ने 400, जिसको 10 किले ने 2000, जिसको 20 किले ने 4000। असी इदा गुराई शुरू करती। सब परिवारों ने साड़ा सहयोग दिता। असी उस पैसे के नाल अपना तेल ही पाया और सानू राशन तो गुरु महाराज वालों ही आता रहा। हर चीज़ की कमी नहीं रही इत्थे कोई भी। सड़कों पर रहना बड़ा औखा है। एक अन्नदाता हो गए, एक साल सड़कों पर रुलिया, बहुत बुरी तरह रुलिया। कोई छोटी मोटी गल नहीं, सानू बड़ियां मुश्किलां आउंदियां रहियां ने, इन्नियां मुश्किलां आउंदियां ने ना हर पक्षों। कदी लाइट की मुश्किल, कदी पानी की मुश्किल, कदी साडे वीर रस्ते दे विच गड्डियां एक्सीडेंट होणियां, फिर पिछां नूं भज्जना, उन्हां नूं संभालना, बड़ियां मुश्किलां आईयां। इत्थे हस्पतालां दे विच इलाज करवाउणा, बड़ी मुश्किलां रहियां सानूं। मुश्किलां तो बाद असीं अपना दृढ़ निश्चा नहीं छड्डिया। ਇਹ ਤਾਂ ਅਸੀਂ ਆਪਣੀ ਮਿਹਨਤ ਦਾ ਇੱਕ ਇੱਕ ਪੈਸਾ ਇੱਥੇ ਲਾਇਆ ਸੀਗਾ। ਉਸ ਮਿਹਨਤ ਦੇ ਅਸੀਂ ਪੈਸੇ ਨੂੰ ਆਪਣੇ ਘਰਾਂ 'ਚ ਲਿਜਾਵਾਂਗੇ ਔਰ ਇਹਦੀ ਕਿਤੇ ਨਾ ਕਿਤੇ ਅਸੀਂ ਯਾਦਗਾਰ ਬਣਾਵਾਂਗੇ। ਸਾਡੇ ਬਹੁਤ ਕਿਸਾਨ ਸਾਡੇ ਕੋਲੋਂ ਕੋਈ 100 ਇੱਟ, ਕੋਈ 200 ਇੱਟ ਔਰ 500 ਇੱਟ ਤੱਕ ਵੀ ਸਾਤੋਂ ਇੱਥੋਂ ਸਾਡੇ ਕਿਸਾਨ ਮਜ਼ਦੂਰ ਲੈ ਕੇ ਗਏ ਆ। ਉਹਨੇ ਵੀ ਕਹਿੰਦੇ ਵੀ ਅਸੀਂ ਇੱਕ ਆਪਣੇ ਘਰ ਦੇ ਵਿੱਚ ਨਿਸ਼ਾਨੀ ਰੱਖਣੀ ਹੈ ਦਿੱਲੀ ਫਤਿਹ ਦੀਆਂ ਇੱਟਾਂ। जिन्ना भी साडा समान जा रहा है ना सारे अंदोलन का कोई निजी नहीं किसी का भी रह गया। क्यों ये पिंडां दी गुराई दे नाल बनिया है ते ये पिंडां दे साझे कामां 'च लगेगा। इनू कोई किसी घर विच नहीं वरत्या जाएगा। भावें कूलर, फ्रिज, मंजे ने, बिस्तरे ने, भांडे ने, वो जिवें भांडे गुरुद्वारियां 'चों आए ने वो भांडे गुरुद्वारे जाणगे। बाकी जिहड़ा समान साडा खरीदिया समान है ना वो सारा ही सांझी थां ते जाएगा। ਸੰਭੂ ਬਾਰਡਰ ਤੋਂ ਤੁਰੇ ਸੀ ਤੇ 26 ਨਵੰਬਰ ਨੂੰ ਇੱਥੇ ਪਹੁੰਚ ਗਏ ਸੀ। ਉਸ 26 ਨਵੰਬਰ ਤੋਂ ਲੈ ਕੇ
26 ਨਵੰਬਰ ਟੱਪ ਕੇ ਜਿੰਨੇ ਦਿਨ ਉੱਤੇ ਹੋਏ ਆ, ਇਸ 1 ਸਾਲ ਤੋਂ ਉੱਤੇ ਦੇ ਸੰਘਰਸ਼ 'ਚ ਬੜਾ ਕੁਝ ਸਿੱਖਿਆ, ਬੜੇ ਪੀੜਾਂ ਵੀ ਝੱਲੀਆਂ ਨੇ ਇਸ ਅੰਦੋਲਨ 'ਚ, ਇਸ ਸੰਘਰਸ਼ 'ਚ, ਤੇ ਬੜਾ ਕੁਝ ਸੰਘਰਸ਼ ਸਾਨੂੰ ਸਿਖਾ ਕੇ ਵੀ ਗਿਆ। ਬੜੀਆਂ ਗੱਲਾਂ ਨੇ, ਜਿੱਦਾਂ ਇਸ ਸੰਘਰਸ਼ ਦੌਰਾਨ ਸਾਡੇ ਨੌਜਵਾਨ ਵੀਰ ਤੇ ਬਜ਼ੁਰਗ, ਕੁਝ ਮਾਤਾਵਾਂ ਵੀ ਜੋ ਸ਼ਹਾਦਤ ਦੇ ਗਈਆਂ ਨੇ, ਸ਼ਹੀਦ ਹੋ ਗਈਆਂ ਨੇ, ਉਹਨਾਂ ਦੇ ਗਮ ਲੈ ਕੇ ਚੱਲੇ ਆ। ਖੁਸ਼ੀ ਇਸ ਗੱਲ ਦੀ ਹੈ ਕਿ 1 ਸਾਲ ਦਾ ਬੇਸ਼ੱਕ ਸੰਘਰਸ਼ ਜ਼ਰੂਰ ਕਰਿਆ, ਇਹ ਖਰਚਾ ਵੀ ਕਰਦੇ ਰਹੇ ਆ ਇਹਦੇ ਤੇ, ਪਰ ਜੋ ਦੇਸ਼ ਦਾ ਉਹ ਸ਼ਾਸਕ ਸੀ ਜਿਹੜਾ ਕਦੇ ਕਹਿੰਦਾ ਸੀ ਕਿ ਜੋ ਮੈਂ ਗੱਲ ਕਹਿਤੀ ਉਹ ਤੋਂ ਮੈਂ ਕਦੇ ਪਿੱਛੇ ਨਹੀਂ ਹਟਿਆ ਹੈਗਾ, ਤੇ ਉਹ ਜੋ ਪੰਜਾਬ ਉੱਠ ਕੇ ਆਇਆ ਸੀ, ਉਸ ਪੰਜਾਬ ਨੇ ਦੱਸਿਆ ਕਿ ਜਦੋਂ ਜ਼ਾਰਸ਼ਾਹੀ ਲੋਕਤੰਤਰ ਤੇ ਜਦੋਂ ਆਪਣਾ ਦਬਾਅ ਵਧਾਉਂਦੀ ਹੈ, ਤੇ ਜਦੋਂ ਲੋਕ ਉੱਠ ਕੇ ਆਉਂਦੇ ਨੇ, ਭਾਵੇਂ ਕਿਸਾਨੀ ਦੀਆਂ ਮੰਗਾਂ ਲੈ ਕੇ ਆਏ ਸੀ, ਪਰ ਕਿਸਾਨੀ ਦੀਆਂ ਮੰਗਾਂ ਮਨਵਾ ਕੇ ਨਹੀਂ ਇਹ ਵਾਪਸ ਗਏ ਹੈਗੇ, ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਕੇ ਚੱਲੇ ਆ। ਜਾ ਰਹੇ ਤਾਂ ਹੈਗੇ ਜੀ, ਬਸੇ ਦੁੱਖ ਤਕਲੀਫਾਂ ਬੜੀ ਕੱਟੀ ਹੈ ਜੀ, ਪਰ ਹੁਣ ਚਲੋ ਉਹਨਾਂ ਨੇ ਵਾਪਸ ਲੈ ਲਿਆ, ਅਸੀਂ ਸਭ ਦੁੱਖ ਭੁੱਲ ਗਏ ਜੀ ਆਪਣੇ। ਸ਼ੁਕਰੀਆ ਅਦਾ ਕਰਦੇ, ਧੰਨਵਾਦ ਕਰਦੇ ਫਿਰ ਵੀ ਲੋਕ। ਸਰਕਾਰਾਂ ਝੂਠੇ ਵਾਅਦੇ ਨਾ ਕਰਨ, ਇਹ ਕਿਸਾਨਾਂ ਨੇ ਸਿੱਧ ਕਰਤਾ, ਇਹ ਬੜੀ ਵੱਡੀ ਆਉਣ ਵਾਲੀ ਮਾਰ ਪੈ ਗਈ ਇਹਨਾਂ ਦੇ ਲੀਡਰਾਂ ਨੂੰ, ਜਿਹੜੇ ਐਮਐਲਏ ਐਮਪੀ ਬਣਦੇ ਨੇ। ਝੂਠਾ ਵਾਅਦਾ ਇੱਕ ਵੀ ਨਾ ਕਰਨ, ਜੋ ਕਰਨ ਸੱਚ ਬੋਲਣ, ਸੱਚ ਦੀ ਜਿੱਤ ਹੈ। ਸੱਚ ਦੀ ਜਿੱਤ ਹੋਈ ਹੈ, ਆਲ ਵਰਲਡ ਦੇ ਵਿੱਚ ਪਤਾ ਲੱਗ ਗਿਆ ਵੀ ਕਿਸਾਨੀ ਹਿੰਦੁਸਤਾਨ 'ਚ ਹੈਗੀ ਏ। ਦੇਖੋ, ਜਿੱਥੇ ਵਿਸ਼ਵਾਸ ਆ ਉੱਥੇ ਸਬਰ ਆ, ਜਿੱਥੇ ਸਬਰ ਆ ਉੱਥੇ ਸਾਬਰ ਆ, ਜਿੱਥੇ ਸਾਬਰ ਆ ਉੱਥੇ ਖੁਦਾ ਆ। ਅਸੀਂ ਸਬਰ ਨਾਲ ਬੈਠੇ ਸੀ, ਕਿਸੇ ਦੇ ਉੱਤੇ ਅਸੀਂ ਅਤਿਆਚਾਰ ਨਹੀਂ ਕੀਤਾ। ਸਾਡੇ ਧਰਮ ਨੇ ਅੱਜ ਤੱਕ ਜਿਹਨੇ ਅਤਿਆਚਾਰ ਕੀਤਾ ਉਹਦਾ ਡਟ ਕੇ ਮੁਕਾਬਲਾ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਔਰ ਇਸੇ ਕਰਕੇ ਸਾਜਿਆ ਸੀ। ਅਗਰ ਕਿਸੇ ਤੇ ਵੀ ਕੋਈ ਅਤਿਆਚਾਰ ਕਰੂਗਾ, ਇਹਦੇ ਵਿੱਚ ਧਰਮ ਦੀ ਕੋਈ ਗੱਲ ਨਹੀਂ ਗੀ। ਸਾਡੇ ਕੋਈ ਵੀ ਧਰਮ ਦਾ ਬੰਦਾ ਅਤਿਆਚਾਰ ਕਰੂਗਾ ਉਹਦਾ ਡਟ ਕੇ ਮੁਕਾਬਲਾ ਸਿੱਖ ਧਰਮ ਕਰਦਾ, ਔਰ ਕੀਤਾ ਆ। ਔਰ ਬੜੇ ਸਬਰ ਸੰਤੋਖ ਨਾਲ ਅਸੀਂ ਇੱਥੇ ਬੈਠੇ ਸੀ, ਔਰ ਅਸੀਂ ਆਪਣੀਆਂ ਜਿੱਤਾਂ ਪ੍ਰਾਪਤ ਕੀਤੀਆਂ। ਕਿ ਜਾਏ ਮਿੱਟੀ ਦੇ ਮਿੱਟੀ ਦੀ ਬੁਨਿਆਦ ਆਏ ਦੱਸਣ, ਆ ਦਿੱਲੀ ਦੀ ਕਿੰਨੀ ਕੁ ਹੈ ਔਕਾਤ ਆਏ ਦੱਸਣ। ਨੀਲੇ ਬਾਣਿਆਂ 'ਚ ਬਾਜਾਂ ਵਾਲੇ ਦੇ ਸਿਪਾਹੀ, ਚੱਟੇ ਘੋੜਿਆਂ ਤੇ ਤੇਜ਼ ਰਫ਼ਤਾਰ ਆਏ ਸੀ ਨੀ, ਚੱਟੇ ਘੋੜਿਆਂ ਤੇ ਤੇਜ਼ ਰਫ਼ਤਾਰ ਆਏ ਸੀ। ਮੁੜਾਂਗੇ ਪੰਜਾਬ ਜਦੋਂ ਜਿੱਤ ਕੇ ਮੈਦਾਨ, ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ। ਇੱਜ਼ਤਾਂ ਦੇ ਰਾਖੇ ਪਹਿਰੇਦਾਰ ਆਏ ਸੀ, ਆ ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ। ਕੋਈ ਪੜਦਾ ਨਮਾਜ਼ ਕਿਤੇ ਚੱਲਦੇ ਹਵਨ, ਕੋਈ ਪੜਦਾ ਨਮਾਜ਼ ਕਿਤੇ ਚੱਲਦੇ ਹਵਨ, ਕਰੇ ਕਿਰਤੀ ਕਿਸਾਨ ਇਹਨਾਂ ਸਭ ਨੂੰ ਨਮਨ। ਪਾੜੇ ਧਰਮਾਂ 'ਚ ਫੇਰ ਮੁੜ ਪੈਣ ਨਾ ਦੁਬਾਰਾ, ਪੁੱਤ ਨਾਨਕ ਦੇ ਮੁਰਲੀ ਕਤਾਰ ਆਏ ਸੀ, ਓਏ ਪੁੱਤ ਨਾਨਕ ਦੇ ਮੁਰਲੀ ਕਤਾਰ ਆਏ ਸੀ। ਮੁੜਾਂਗੇ ਪੰਜਾਬ ਜਦੋਂ ਜਿੱਤ ਕੇ ਮੈਦਾਨ, ਮੁੜ ਚੱਲਿਆ ਪੰਜਾਬ ਹੁਣ ਜਿੱਤ ਕੇ ਮੈਦਾਨ। ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ, ਇੱਜ਼ਤਾਂ ਦੇ ਰਾਖੇ ਪਹਿਰੇਦਾਰ ਆਏ ਸੀ, ਓਏ ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ। दोस्तों, अपने बड़े बुजुर्गों से सुना करते थे कि इंसान के दुख सुख से उसके आसपास का माहौल भी प्रभावित होता है। महसूस पहली बार कर रहा हूँ। देख रहा हूँ कि मोदी सरकार की अग्निवीर योजना ने किस तरह से पूरे देश की फिजा को बदल कर रख दिया है। गांव की जो गलियां कल तक दौड़ लगाते लड़कों से गुलजार रहती थी, उन गलियों में अभी मरघट सा मातम पसरा हुआ है। जिन पथरीली राहों की ऊंचाइयों को लड़के अपने हौसले से नाप देते थे, वो रास्ते अपने बच्चों की राह ताक रहे हैं। नदी किनारे रेत पर जो बच्चे अपनी उम्मीदों का आशियाना बनाते थे, वो रेत अभी चीख चीख कर पूछ रही है कि आखिर ऐसा क्या हो गया कि उसके बच्चे उसकी गोद से दूर हो गए। केंद्र सरकार की आग लगाने वाली अग्निवीर योजना ने एक झटके में लाखों बच्चों के उम्मीदों के आशियाने को तहस कर दिया है, उनके सपनों के महल को चकनाचूर कर दिया है।
उनकी जिंदगी के सबसे बड़े ख्वाब को खामोशी के समंदर में डुबो दिया है। जेठ की तपती धूप में, सावन की फुहारों में, माघ की कड़कड़ाती ठंड में वर्जिश करने वाले बच्चे उदास आंखों से पूछते हैं, अब दौड़ लगाएं तो किस लिए? अब अपने हाड़ मांस के शरीर को लोहा बनाएं तो किस लिए? सेना में जाकर देश सेवा का अरमान मोदी सरकार ने छीन लिया। समाज में मान सम्मान हासिल करने की जो एकलौती डगर थी, उस पर तो मोदी सरकार ने पहरा लगा दिया है। माँ भारती के मेहनतकश बच्चे हैं ये किसी केंद्रीय मंत्री के बेटे नहीं हैं जो सोने चांदी की चम्मच लेकर पैदा हुए हैं। ये किसी उद्योगपति के बेटे नहीं हैं जो किसी बड़ी फैक्ट्री के गद्देदार कुर्सी इनका पलक पावड़े बिछाए इंतजार कर रही है। इनके हाथ की रेखाओं में विदेशी डिग्री या MP MLA बनना नहीं लिखा है। इनके किस्मत में दुनिया के सबसे अमीर क्रिकेट संस्था का कर्ता धर्ता बनना भी नहीं लिखा है। ये खुद भी इन सब बड़ी बड़ी चीज़ों का ख्वाब नहीं देखते हैं। विश्वगुरु बनने का सपना भी नहीं है इनका। फकीरी के नाम पर अमीरी का अरमान भी नहीं पालते हैं। ये सब बड़े मामूली अरमान थे इन बच्चों के। देश सेवा, समाज सेवा, साथ में परिवार सेवा। लेकिन अब इनके सब ख्वाब चकनाचूर हैं। सेना में भर्ती का रास्ता बंद हो चुका है। 4 साल तक सेना में रहने का जो जुमला सामने है, उसके जवाब में आसपास के लोग पूछ रहे हैं कि 4 साल अग्निवीर रहने के बाद क्या करोगे? चौकीदारी किसकी करोगे? लड़के क्या जवाब दें? माँ बाप अपने बच्चों का दर्द समझ रहे हैं। उन्हें समझा रहे हैं कि हर अंधेरी रात की सुबह होती है, इस रात की भी सुबह होगी। कल होकर सुबह का सुहाना सूरज तुम्हारा स्वागत करेगा। लेकिन बच्चों को विश्वास नहीं हो रहा है। एक के बाद एक नया जुमला, फर्जी वादे, जहरीले इरादे। लड़के अपने भविष्य को लेकर निराशा के गर्त में डूब चुके हैं। उन्हें अपने चारों तरफ अंधेरा ही अंधेरा दिख रहा है। वो सड़क पर आकर सत्ता से सीधा सवाल पूछ रहे हैं, आखिर उन्हें किस खता की सज़ा दी जा रही है? कसूर किसी और का तो फिर सज़ा उसकी बजाय उन्हें क्यों? सत्ता खामोश है। उसे न तो इन बच्चों की कड़ी मेहनत से मतलब है, न अब इनकी उदासी से। वो तो उस बूढ़े माँ बाप के दर्द को भी महसूस नहीं कर पा रहे हैं जो पथराई आंखों से अपने बच्चे के उदास चेहरों को देख रहे हैं। जिंदा इंसानों के दर्द से बेपरवाह सत्ता से गंवई गांव की माटी और पहाड़ों के पिघलते कलेजे की बात करना भी बेमानी है। आपदा में अवसर तलाशने वाली ये क्रूर सरकार लाखों बच्चों के सुनहरे सपने को जमींदोज करके अब इस सोच विचार में डूबी है, उस पर अपनी सत्ता का सिंहासन कैसे स्थापित किया जाए। दोस्तों, देश की युवा पीढ़ी आक्रोश में आकर जो आगजनी कर रही है, पत्थरबाजी कर रही है, वो निश्चित रूप से निंदनीय है। लेकिन दिल पर हाथ रखकर सोचिए, इसका असली कसूरवार कौन है? जवाब तलाशने में दिक्कत हो तो क्रांतिवीर कवि पौष की उन पंक्तियों को याद कर लीजिएगा जिसमें उन्होंने बताया है कि एक इंसान के लिए सबसे खतरनाक क्या होता है। मेहनत की लूट सबसे खतरनाक नहीं होती, पुलिस की मार सबसे खतरनाक नहीं होती, गद्दारी और लोभ की मुट्ठी सबसे खतरनाक नहीं होती। सबसे खतरनाक होता है मुर्दा शांति से भर जाना, न होना तड़प, न सब कुछ सहन कर जाना, घर से निकलना काम पर और काम से लौटकर घर आना। सबसे खतरनाक होता है हमारे सपनों का मर जाना। ये सरकार सपनों की कातिल है। उन लाखों बच्चों के सपने की कातिल जिन्होंने खुली आंखों से सेना में जाकर जननी और जन्मभूमि की सेवा का ख्वाब देखा था। इन बच्चों के दर्द को महसूस कीजिए। इन बच्चों के दर्द में ही देश का दर्द छुपा हुआ है।